सत श्री अकाल दोस्तों, मैं जीत हरजीत रमेश रतन द्वारा लिखी व्यंगनुमा कहानी सरपंची पेश कर रहा। शाम ਨੂੰ सूरज ढलਣ ਸਮੇਂ ਪਿੰਡ ਦੇ ਬਹੁਤੇ ਵਿਅਕਤੀ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ। ਕੋਈ ਆਪਣੇ ਬੱਚਿਆਂ ਨੂੰ ਪੜ੍ਹਾਉਣ ਲੱਗ ਪੈਂਦਾ ਤੇ ਕੋਈ ਆਪਣੇ ਜਵਾਨ ਬੱਚਿਆਂ ਤੇ ਘਰ ਦੇ ਦੂਜੇ ਮੈਂਬਰਾਂ ਨਾਲ ਕੰਮਕਾਰ ਬਾਰੇ ਸਲਾਹਾਂ ਮਸ਼ਵਰਿਆਂ ਵਿੱਚ ਪੈ ਜਾਂਦਾ। ਕੋਈ ਆਪਣੇ ਮਾਪਿਆਂ ਦੀ ਸੇਵਾ ਸੰਭਾਲ ਵਿੱਚ ਲੱਗ ਜਾਂਦਾ। ਇਹ ਸਿਲਸਿਲਾ ਇੰਜ ਹੀ ਚੱਲਦਾ ਸੀ, ਪਰ ਕੁਝ ਦਿਨਾਂ ਤੋਂ ਸਰਪੰਚ ਦੇ ਘਰੋਂ ਉੱਠ ਰਹੀਆਂ ਆਵਾਜ਼ਾਂ ਇਸ ਸਿਲਸਿਲੇ ਨੂੰ ਤੋੜਨ ਲੱਗ ਪਈਆਂ ਸਨ। ਸਰਪੰਚ ਦੇ ਛੋਟੇ ਮੁੰਡੇ ਦੀ ਨਵੀਂ ਵਿਆਹੀ ਵਹੁਟੀ ਇੱਕ ਤਾਂ ਆਈ ਰੱਜੇ ਪੁੱਜੇ ਘਰ ਤੋਂ ਸੀ, ਉੱਪਰੋਂ ਬਰਦਾਸ਼ਤ ਦਾ ਮਾਦਾ ਵੀ ਘੱਟ ਸੀ। ਜਦੋਂ ਉਸਦੀ ਸੱਸ ਉਸਦੇ ਪੁਰਾਣੇ ਢੰਗ ਨਾਲ ਹੁਕਮ ਚਲਾਉਣ ਦੀ ਕੋਸ਼ਿਸ਼ ਕਰਦੀ ਤਾਂ ਅਗਲੀ ਸਾਹਮਣੇ ਤੋਂ ਜਵਾਬ ਦੇਣ ਲੱਗ ਪਈ। ਉੱਚੀਆਂ ਹੁੰਦੀਆਂ ਆਵਾਜ਼ਾਂ ਵਿੱਚੋਂ ਕਦੇ-ਕਦੇ ਸਰਪੰਚ ਦੀ ਵੀ ਆਵਾਜ਼ ਸੁਣ ਜਾਂਦੀ, ਚੋਣਾਂ ਸਾਹਮਣੇ ਆ ਰਹੀਆਂ ਹਨ ਤੇ ਤੁਸੀਂ ਆਪਣੀ ਕੁੱਕੜ ਲੜਾਈ ਕਰਕੇ ਕਿਉਂ ਘਰ ਦਾ ਜਲੂਸ ਕੱਢਣ ਲੱਗ ਪਈਆਂ ਹੋ। ਪਰ ਸਰਪੰਚ ਦੀ ਕੌਣ ਸੁਣੇ। ਸਰਪੰਚ ਕਿਹੜਾ ਦੁੱਧ ਧੋਤਾ ਸੀ। ਪਿੰਡ ਦੇ ਲੋਕਾਂ ਵਿੱਚ ਉਸ ਦੇ ਬਾਰੇ ਕਈ ਤਰ੍ਹਾਂ ਦੇ ਚਰਚੇ ਚੱਲਦੇ ਸਨ। ਆਪਣੇ ਲਿਹਾਜ਼ਦਾਰਾਂ ਨੂੰ ਆਰਥਿਕ ਫਾਇਦਾ ਪਹੁੰਚਾਉਂਦਾ ਤੇ ਲੜਾਈ ਝਗੜਿਆਂ ਵਿੱਚ ਆਮ ਤੌਰ 'ਤੇ ਤਕੜੇ ਦਾ ਪੱਖ ਲੈਂਦਾ ਤੇ ਆਪਣਾ ਤੱਕਿਆ ਕਲਾਮ ਜ਼ਰੂਰ ਬੋਲਦਾ। ਲੈ ਹੁਣ ਕਰੂ ਚੇਤੇ ਬਈ ਸਰਪੰਚ ਕੀ ਵਾਲਾ ਹੈ। ਇਸ ਕਰਕੇ ਉਸ ਵਿਰੁੱਧ ਲੋਕਾਂ ਵਿੱਚ ਨਾਰਾਜ਼ਗੀ ਸੀ। ਜਦੋਂ ਸਰਪੰਚ ਦੇ ਘਰ ਦੀ ਲੜਾਈ ਵੱਧ ਕੇ ਗਲੀ ਵਿੱਚ ਆ ਗਈ ਤਾਂ ਪਿੰਡ ਦੇ ਅਨੇਕਾਂ ਲੋਕ ਉੱਥੇ ਇਕੱਤਰ ਹੋ ਗਏ। ਦਰਅਸਲ ਮਾਮਲਾ ਵੱਧ ਗਿਆ ਤਾਂ ਛੋਟੀ ਨੂੰਹ ਦੇ ਪੇਕੇ ਵਾਲੇ ਆਪਣੇ ਪਿੰਡ ਦੀ ਪੰਚਾਇਤ ਸਮੇਤ ਉੱਥੇ ਆ ਬੌੜੇ। ਅਗਲਿਆਂ ਨੇ ਆਉਂਦੇ ਸਾਰ ਪਿੰਡ ਇਕੱਤਰ ਕਰ ਲਿਆ। ਸੱਸ ਨੂੰ ਭਰੀ ਸਭਾ ਵਿੱਚ ਇੱਕ ਦੂਜੇ ਨੂੰ ਭੰਡਣ ਲੱਗੀਆਂ। ਇਸ ਮਸਲੇ 'ਤੇ ਪਿੰਡ ਵੰਡਿਆ ਗਿਆ। ਕਈ ਤੇ ਸੱਸ ਦੇ ਪੱਖ ਵਿੱਚ ਬੋਲਣ ਲੱਗੇ। ਨਵੀਂ ਵਿਆਹੀ ਨੂੰਹ ਦੇ ਕਹਿਣ 'ਤੇ ਕਿ ਉਸ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਹੋ ਰਹੀ ਹੈ ਤਾਂ ਬਹੁਤੀਆਂ ਔਰਤਾਂ ਤੇ ਵਿਅਕਤੀਆਂ ਦੀ ਹਮਦਰਦੀ ਨੂੰਹ ਵਾਲੇ ਪਾਸੇ ਚਲੀ ਗਈ। ਆਖਰ ਪਿੰਡ ਦੇ ਬਜ਼ੁਰਗਾਂ ਦੇ ਕਹਿਣ 'ਤੇ ਮਾਮਲਾ ਕੁਝ ਸ਼ਾਂਤ ਹੋਇਆ ਤੇ ਸੱਸ ਨੂੰ ਫਿਰ ਉਸੇ ਘਰ ਦੀ ਛੱਤ ਥੱਲੇ ਆਪੋ ਆਪਣੇ ਕਮਰਿਆਂ ਵਿੱਚ ਆ ਵੜੀਆਂ। ਪਿੰਡ ਵਾਲਿਆਂ ਨੂੰ ਚਰਚਾ ਦਾ ਨਵਾਂ ਵਿਸ਼ਾ ਮਿਲ ਗਿਆ ਸੀ। ਕੋਈ ਇਸ ਨੂੰ ਦੀਵੇ ਥੱਲੇ ਹਨੇਰੇ ਵਾਲੀ ਗੱਲ ਕਹਿ ਕੇ ਟਾਲ ਦਿੰਦਾ ਤੇ ਕੋਈ ਸਰਪੰਚ ਦਾ ਨਾਂ ਲੈ ਕੇ ਉਸ ਦੀ ਪਿੱਠ ਪਿੱਛੇ ਹੱਸਦੇ। ਬਹੁਤੇ ਅਜਿਹੇ ਸਨ ਜਿਨ੍ਹਾਂ ਨੂੰ ਸਰਪੰਚ ਦੇ ਘਰ ਦੀ ਲੜਾਈ ਵੇਖ ਕੇ ਆਪਣਾ ਆਪ 'ਤੇ ਤਸੱਲੀ ਮਹਿਸੂਸ ਹੁੰਦੀ। ਉਹ ਆਪਣੇ ਆਪ ਨੂੰ ਵਡਿਆਉਣ ਲੱਗ ਪੈਂਦੇ ਕਿ ਉਹਨਾਂ ਦੇ ਆਪਣੇ ਘਰਾਂ ਵਿੱਚ ਇੱਦਾਂ ਦੇ ਤਮਾਸ਼ੇ ਨਹੀਂ ਹੋ ਰਹੇ। ਖੈਰ, ਚੋਣਾਂ ਦਾ ਐਲਾਨ ਹੋ ਗਿਆ। ਸਰਪੰਚ ਨੂੰ ਬਦਲਣ ਦੀ ਚਰਚਾ ਪਿੰਡ ਵਿੱਚ ਕਾਫੀ ਸਮੇਂ ਤੋਂ ਚੱਲ ਰਹੀ ਸੀ। ਇਸ ਕਰਕੇ ਪਿੰਡ ਦੇ ਕਈ ਦੂਜੇ ਘਰਾਂ ਦੇ ਵਿਅਕਤੀ ਵੀ ਸਰਪੰਚ ਬਣਨ ਦੀ ਤਿਆਰੀ ਕਰ ਰਹੇ ਸਨ। ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਵਾਸਤੇ ਇਹ ਪਿੰਡ ਔਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ। ਕਈ ਔਰਤਾਂ ਨੇ ਸਰਪੰਚੀ ਵਾਸਤੇ ਫਾਰਮ ਭਰ ਦਿੱਤੇ। ਇਸ ਵਾਰ ਸਰਪੰਚ ਦੇ ਘਰੋਂ 2 ਨਾਮਕਰਨ ਪੱਤਰ ਭਰੇ ਗਏ, ਇੱਕ ਸੱਸ ਦਾ ਤੇ ਦੂਜਾ ਨੂੰਹ ਦਾ। ਪਿੰਡ ਵਿੱਚੋਂ ਨੂੰਹ ਪ੍ਰਤੀ ਪੈਦਾ ਹੋਈ ਸਮਾਜਿਕ ਹਮਦਰਦੀ ਹੁਣ ਸਿਆਸੀ ਰੰਗਤ ਲੈਣ ਲੱਗੀ। ਅਨੇਕਾਂ ਜਵਾਨ ਔਰਤਾਂ ਇਸ ਨੂੰਹ ਦੇ ਕਾਫਲੇ ਵਿੱਚ ਸ਼ਾਮਲ ਹੋ ਗਈਆਂ ਤੇ ਕਈ ਨੌਜਵਾਨ ਵੀ ਉਸ ਪਾਸੇ ਚੱਲ ਪਏ। ਫਿਰ ਉਹ ਵੱਡੀ ਉਮਰਾਂ ਵਾਲੇ ਵੀ ਜਿਉਂ-ਜਿਉਂ ਵੋਟਾਂ ਦੇ ਦਿਨ ਨੇੜੇ ਆ ਗਏ ਤਾਂ ਮੁੱਖ ਮੁਕਾਬਲਾ ਸੱਸ ਅਤੇ ਨੂੰਹ ਦੇ ਵਿਚਕਾਰ ਬਣ ਗਿਆ। ਆਖਰ ਨੂੰਹ ਸਰਪੰਚੀ ਜਿੱਤ ਗਈ। ਕੁਝ ਦਿਨਾਂ ਬਾਅਦ ਸਰਪੰਚ ਦੀ ਸਹੁੰ ਚੁੱਕਣ ਸਮੇਂ ਉਹਨਾਂ ਨੇ ਆਪਣੇ ਘਰ ਵਿੱਚ ਚੋਣਾਂ ਜਿੱਤਣ ਦੀ ਖੁਸ਼ੀ ਵਿੱਚ ਪਾਰਟੀ ਰੱਖੀ ਤੇ ਸਾਰੇ ਪਿੰਡ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ। ਪਿੰਡ ਵਿੱਚ ਇਹ ਤਾਂ ਸੰਭਵ ਨਹੀਂ ਸੀ ਕਿ ਘਰੇ ਰੱਖੀ ਪਾਰਟੀ ਵਿੱਚ ਘਰ ਦੇ ਬਜ਼ੁਰਗ ਔਰਤ ਸ਼ਾਮਲ ਨਾ ਹੋਵੇ। ਸੱਸ ਨੂੰ ਮਨਾ ਲਿਆ ਗਿਆ ਅਤੇ ਪਾਰਟੀ ਵਿੱਚ ਲੈ ਆਂਦਾ। ਉਸ ਨੂੰ ਪੰਡਾਲ ਅੰਦਰ ਇੱਕ ਵਿਸ਼ੇਸ਼ ਕੁਰਸੀ 'ਤੇ ਬਿਠਾਇਆ ਗਿਆ। ਸਰਪੰਚ ਦੀ ਸਹੁੰ ਚੁੱਕਣ ਤੋਂ ਬਾਅਦ ਜਦੋਂ ਨਵੀਂ ਬਣੀ ਸਰਪੰਚ ਘਰ ਵੱਲ ਆ ਰਹੀ ਸੀ ਤਾਂ ਉਸ ਦੇ ਗਲ ਲੋਕਾਂ ਵੱਲੋਂ ਪਾਏ ਹਾਰਾਂ ਨਾਲ ਭਰਿਆ ਪਿਆ ਸੀ। ਅਗਲੀ ਦੇ ਵਿਹੜੇ ਵਿੱਚ ਪੈਰ ਪਾਉਂਦਿਆਂ ਹੀ ਉੱਥੇ ਮੌਜੂਦ ਲੋਕ ਉਸ ਦੇ ਸਵਾਗਤ ਵਿੱਚ ਖੜ੍ਹੇ ਹੋਏ ਤਾਂ ਵੇਖੋ ਵੇਖੀ ਸੱਸ ਵੀ ਖੜ੍ਹੀ ਹੋ ਗਈ। ਨਵੀਂ ਬਣੀ ਸਰਪੰਚ ਨੇ ਦੋਵੇਂ ਹੱਥ ਜੋੜ ਕੇ ਸਭ ਨੂੰ ਫਤਿਹ ਬੁਲਾਈ। ਫਿਰ ਇੱਕ ਪਲ ਆਪਣੀ ਸੱਸ ਵੱਲ ਵੇਖਿਆ ਤੇ ਉਸ ਦੇ ਨੇੜੇ ਆ ਕੇ ਆਪਣੇ ਗਲ ਵਾਲੇ ਹਾਰ ਉਤਾਰ ਕੇ ਸੱਸ ਦੇ ਗਲ ਪਾ ਦਿੱਤੇ। ਜਦੋਂ ਉਸਨੇ ਸੱਸ ਦੇ ਪੈਰੀਂ ਹੱਥ ਲਾਏ ਤਾਂ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਪਿਆ। ਸੱਸ ਨੇ ਨੂੰਹ ਨੂੰ ਘੁੱਟ ਕੇ ਜੱਫੀ ਪਾ ਲਈ, ਜਿਵੇਂ 2 ਧੀਆਂ ਵਿਛੜੀਆਂ ਮਿਲ ਰਹੀਆਂ ਹੋਣ।
ਕੁਝ ਦਿਨ ਬੀਤੇ ਤਾਂ ਸਰਪੰਚੀ ਦੀ ਮੋਹਰ ਮੁੜ ਫਿਰ ਪੁਰਾਣੇ ਸਰਪੰਚ ਦੀ ਜੇਬ ਵਿੱਚ ਆ ਗਈ। ਬਸ ਦਸਖਤ ਹੀ ਬਦਲੇ ਸਨ, ਜੋ ਹੁਣ ਨਵੀਂ ਬਣੀ ਸਰਪੰਚ ਕਰਦੀ ਸੀ। ਧੰਨਵਾਦ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।